अस्सलाम वालेकुम नादरीन, मैं आपका मेज़बान सरदार जुवेदा शोटोगर। तो मैं इस वक्त मौजूद हूँ खुड़िया खास में और मेरे पास मौजूद है फोक एंड पॉप सिंगर मोहम्मद मंशा कसूरी और साथ में तबला पर संगत कर रहे हैं परवेज पंची साहब। तो आइए बात करते हैं मोहम्मद मंशा कसूरी साहब से। अस्सलाम वालेकुम सर। जी वालेकुम सलाम वरहमतुल्लाह। सर क्या हाल है? अल्हम्दुलिल्लाह जुवेद भाई, और तबीयत ठीक है? माल के कायनात का बहुत फजल करम है। तो सर सबसे पहले तो आपका शुक्रिया कि आपने हमें टाइम दिया। तो आप ये बताइएगा आज आप हमारे नादरीन को क्या सुनाना पसंद करेंगे? जी सबसे पहले तो मैं आपका थैंक यू बोलूँगा कि आप हमारे लिए टाइम निकाल के हमारी एकेडमी में तशरीफ़ लाए। आपका बहुत बहुत शुक्रिया, आपकी पूरी टीम का मैं शुक्रिया अदा करता हूँ। सबसे पहले जुवेद भाई मैं आपको सुनाऊँगा, माँ की शान में कुछ चीज़ सुनाऊँगा। जी। मेरी वालदा माजिदा एक माह हुआ है जो दुनिया से रुखसत हुई हैं। जी अल्लाह ताला माँ जी को जन्नत में आला मकाम अता फरमाए। जी आमीन। तो बस वो माँ के जाने का दर्द भी है, तो मैं ये दर्द पेश करूँगा। जी सुनाइए। मंगती से मेरे लिए दुआ माए मेरी नी, मंगती से मेरे लिए दुआ माए मेरी नी, लब्बा कितों तेरे जिया, लब्बा कितों तेरे जिया छावा माए मेरी नी, मंगती से मेरे लिए दुआ माए मेरी नी, मंगती से मेरे हुण माए कदों मैं किसे नाल रुसना, डिग पवां जे मैं माए आपे ही मैं उठना। जुवेद भाई हुण तक सुनते रहा कि मापे जो टुर जान तो बड़े ऐसे रिश्ते, बड़े करीबी खूनी रिश्ते ਜਿਹੜੇ ਅੱਖਾਂ ਫੇਰ ਲੈਂਦੇ ਨੇ, ਤੇ ਕੁਝ ਮੇਰੇ ਨਾਲ ਵੀ ਇੰਜ ਹੀ ਹੋਇਆ ਹੈ। अर्ज कर रहा हुण माए कदों मैं किसे नाल रुसना, डिग पवां जे मैं माए आपे ही मैं उठना, डिग पवां जे मैं माए आपे ही मैं उठना। शायर कहता है कि मां तू हुंदी सै, मैं किसी नाल नाराज हुंदा सा या मेरे नाल कोई नाराज हुंदा सी ਤੇ ਤੂੰ ਸਾਡੀ ਸੁਲ੍ਹਾ ਕਰਵਾ ਦਿੰਦੀ ਸੀ। ਹੁਣ ਉਹ ਵੇਲਾ ਆ ਗਿਆ ਹੈ ਕਿ ਮੈਨੂੰ ਕੋਈ ਮਨਾਉਣ ਵਾਲਾ ਨਹੀਂ ਰਹਿ ਗਿਆ ਤੇਰੇ ਤੋਂ ਬਾਅਦ, ਤੇ ਮੈਂ ਰੁਸਣਾ ਹੀ ਬੰਦ ਕਰ ਦਿੱਤਾ ਹੈ, ਮੈਂ ਰੁਸਣਾ ਹੀ ਛੱਡ ਦਿੱਤਾ ਹੈ। ਹੁਣ ਮਾਏ ਕਦੋਂ ਮੈਂ ਕਿਸੇ ਨਾਲ ਰੁਸਣਾ, ਡਿੱਗ ਪਵਾਂ ਜੇ ਮੈਂ ਮਾਏ आपे ही मैं उठना, डिग पवां जे मैं माए आपे ही मैं उठना। दिता ना सहारा मैनू परावां माए मेरी नी, दिता ना सहारा मैनू परावां माए मेरी नी, लब्बां कित्थों तेरे जियां, लब्बा कितों तेरे जइया छावा माए मेरी नी, मंगदी से मेरे लिए। वास्ताई रब दा तू एक वारी आ जा, रोंदा ही तेरा मन शात गल नाल ला जा, वास्ताई रब दा तू एक वारी आ जा, रोंदा ही तेरा मन सारी गल नाल ला जा, रोंदा ही तेरा मन सारी गल नाल ला जा। आवें तां तैनू दुखड़े, आवे तां तैनू दुखड़े, सुनावा माए मेरी नी,
ਆਵੇਂ ਤਾਂ ਤੈਨੂੰ ਦੁਖੜੇ ਸੁਣਾਵਾਂ ਮਾਏ ਮੇਰੀਏ ਨੀ ਲੱਭਾਂ ਕਿੱਥੋਂ ਤੇਰੇ ਜੀਆਂ ਲੱਭਾਂ ਕਿੱਥੋਂ ਤੇਰੇ ਜੀਆਂ ਛਾਵਾਂ ਮਾਏ ਮੇਰੀਏ ਨੀ ਮੰਗਦੀ ਸੇ ਮੇਰੇ ਲਈ ਦੁਆਵਾਂ ਮਾਏ ਮੇਰੀਏ ਨੀ ਮੰਗਦੀ ਸੇ ਮੇਰੇ ਮਾਸ਼ਾਅੱਲਾ ਜੀ, ਬਹੁਤ ਬਹੁਤ ਖੂਬ। ਬਿਲਕੁਲ ਜੀ, ਮਾਂ ਦਾ ਰਿਸ਼ਤਾ ਹੀ ਇੰਜ ਦਾ ਰਿਸ਼ਤਾ ਹੈ ਕਿ ਇਨਸਾਨ ਨੂੰ ਸਾਰੇ ਰਿਸ਼ਤੇ ਇੱਕ ਸਾਈਡ ਤੇ ਮਾਂ ਦਾ ਰਿਸ਼ਤਾ ਇੱਕ ਸਾਈਡ ਤੇ, ਮਮਤਾ ਦਾ ਪਿਆਰ ਦੁਨੀਆ ਤੋਂ ਅਨੋਖਾ ਪਿਆਰ ਹੁੰਦਾ ਹੈ ਤੇ ਮਾਵਾਂ ਨਾਲ ਬਹਾਰਾਂ ਹੁੰਦੀਆਂ ਨੇ ਤੇ ਅੱਲਾਹ ਤਾਲਾ ਸਾਰਿਆਂ ਦੀਆਂ ਮਾਵਾਂ ਨੂੰ ਜ਼ਿੰਦਗੀ ਦੇਵੇ ਤੇ ਜਿਨ੍ਹਾਂ ਦੀਆਂ ਮਾਵਾਂ ਦੁਨੀਆ ਤੋਂ ਚਲੀਆਂ ਗਈਆਂ ਨੇ ਅੱਲਾਹ ਤਾਲਾ ਉਹਨਾਂ ਨੂੰ ਜੰਨਤ 'ਚ ਆਲਾ ਮਕਾਮ ਦੇਵੇ। ਤੇ ਮਨਸ਼ਾ ਭਾਈ ਮਾਸ਼ਾਅੱਲਾ ਮੈਂ ਵੇਖਿਆ ਕਿ ਤੁਸੀਂ ਯਾਨੀ ਕਿ ਬਹੁਤ ਜ਼ਿਆਦਾ ਲੋਕ ਤੁਹਾਨੂੰ ਪਸੰਦ ਕਰਦੇ ਨੇ ਤੇ ਆ ਕਿਵੇਂ ਤੁਹਾਡੇ ਯਾਨੀ ਕਿ ਰੇਂਜ 'ਚ ਗੱਲ ਆਈ, ਕਿਵੇਂ ਸ਼ੌਂਕ ਪੈਦਾ ਹੋਇਆ ਤੇ ਕਦੋਂ ਦੇ ਤੁਸੀਂ ਇਸ ਫੀਲਡ 'ਚ ਆ ਗਏ? ਯਾਨੀ ਕਿ ਇਹ ਜੀ ਤੁਹਾਡੇ ਭਰਾਵਾਂ ਦੀ ਮੁਹੱਬਤ ਤੇ ਸਾਡੇ ਚਾਹਣ ਵਾਲਿਆਂ ਦੀ ਮੁਹੱਬਤ ਤੇ ਅਸੀਂ ਤੇ ਕੋਸ਼ਿਸ਼ ਕਰਨੇ ਆ ਬਿਲਕੁਲ ਜੀ ਕਿ ਅੱਛਾ ਲਿਖੀਏ, ਉਹਨੂੰ ਅੱਛਾ ਬਣਾ ਸੰਵਾਰ ਕੇ ਪੇਸ਼ ਕਰੀਏ ਤੇ ਜਿਹੜੇ ਸਾਡੇ ਚਾਹਣ ਵਾਲੇ ਨੇ ਉਹਨਾਂ ਦੀ ਬੇਸ਼ੁਮਾਰ ਮੁਹੱਬਤ ਹੈ ਸਾਡੇ ਨਾਲ, ਉਹ ਪਸੰਦ ਕਰਦੇ ਨੇ। ਅਗਰ ਸਾਡੇ ਚਾਹਣ ਵਾਲੇ ਸਾਨੂੰ ਪਸੰਦ ਨਾ ਕਰਨ ਤੇ ਅਸੀਂ ਕੁਝ ਵੀ ਨਹੀਂ। ਬਿਲਕੁਲ ਜੀ, ਬੰਦਾ ਨਾ ਚੀਜ਼ ਕੁਝ ਵੀ ਨਹੀਂ, ਮਾਲਕੇ ਕਾਇਨਾਤ ਦਾ ਇੱਕ ਗੋਡ ਗਿਫਟ ਹੈ ਤੇ ਜਾਂ ਦੋਸਤਾਂ ਦੀ ਮੁਹੱਬਤ ਹੈ। ਕਸੂਰੀ ਸਾਹਿਬ ਤੁਸੀਂ ਕਿਹੜੇ ਸਨ ਵਿੱਚ ਗਾਵਨ ਦਾ ਸ਼ੌਂਕ ਯਾਨੀ ਕਿ ਸਟਾਰਟ ਕੀਤਾ? ਅਸਲ 'ਚ ਜਵੇਦ ਭਾਈ ਬਚਪਨ ਤੋਂ ਹੀ ਮੈਨੂੰ ਸ਼ੌਕ ਹੈ, ਬਚਪਨ ਤੋਂ ਹੀ ਗਾਵਨ ਮਤਲਬ ਦਾ ਕਿ ਸ਼ੌਂਕ ਸੀ? 11-12 ਸਾਲ ਦੀ ਉਮਰ ਤੋਂ ਮੈਨੂੰ ਸ਼ੌਕ ਹੈ। ਸਕੂਲ ਦੌਰ 'ਚ ਯਾਨੀ ਕਿ ਜੀ ਸ਼ੌਂਕ ਬਿਲਕੁਲ ਹੈਗਾ ਸੀ? ਬਿਲਕੁਲ ਬਿਲकुल। ਸ਼ੌਕ ਦਾ ਸਿਲਸਿਲਾ ਇਸ ਤਰ੍ਹਾਂ ਸ਼ੁਰੂ ਹੋਇਆ ਹੈ ਕਿ ਮੇਰੇ ਵੱਡੇ ਭਾਈ ਉਹ ਬੜੇ ਸ਼ੌਕ ਨਾਲ ਮਿਊਜ਼ਿਕ ਸੁਣਦੇ ਸੀ। ਅਸੀਂ ਬੱਚੇ ਸਾਂ, ਅਸੀਂ ਵੀ ਜਦੋਂ ਉਹਨਾਂ ਅੱਗੇ ਪਿੱਛੇ ਹੋਣਾ ਤੇ ਅਸੀਂ ਵੀ ਆਪਣੀ ਮਰਜ਼ੀ ਦੀ ਕੇਸਟ ਫੜ ਕੇ ਟੇਪ 'ਚ ਲਾਣੀ ਤੇ ਸੁਣ ਲੈਣੀ, ਕਿਉਂਕਿ ਜੋ ਬੰਦਾ ਵੇਖਦਾ ਹੈ ਉਹੀ ਕਰਦਾ, ਇਨਸਾਨੀ ਫਿਤਰਤ ਹੈ। ਬਿਲਕੁਲ ਜੀ। तो पहले शुरू ਵਿੱਚ ਸੁਣਨ ਦੀ ਹੱਦ ਤੱਕ ਹੀ ਸ਼ੌਕ ਸੀ। ਬਸ ਫਿਰ ਜਿਸ ਤਰ੍ਹਾਂ ਥੋੜੇ ਵੱਡੇ ਹੋਏ ਆ, ਥੋੜਾ ਮੈਚੁਰਪਨ ਆਇਆ ਕਿ ਬਿਲਕੁਲ ਗਾਣ ਦਾ ਵੀ ਸ਼ੌਕ ਹੋਇਆ ਤੇ ਸ਼ੇਰ ਸ਼ੁਰੂ ਕਰਨੀ ਸ਼ੁਰੂ ਕਰਤੀ, ਛੋਟੇ ਮੋਟੇ ਸ਼ੇਰ ਲਿਖਣੇ, ਕੋਈ ਦੋੜਾ ਲਿਖ ਲੈਣਾ, ਬਸ ਇੰਜ ਹੀ ਸਿਲਸਿਲਾ ਸ਼ੁਰੂ ਹੋ ਗਿਆ। ਕਸੂਰੀ ਸਾਹਿਬ ਵੇਖਣ ਵਾਲਿਆਂ ਨੂੰ ਤੁਸੀਂ ਇਹ ਵੀ ਦੱਸਣਾ ਕਿ ਜਦੋਂ ਸਟਾਰਟਿੰਗ ਤੋਂ ਸਟਾਰਟ ਕੀਤਾ ਤੁਸੀਂ ਗਾਵਨਾ ਤੇ ਸਾਰਿਆਂ ਤੋਂ ਪਹਿਲਾਂ ਤੁਸੀਂ ਕਿਹੜਾ ਗੀਤ ਗਾਇਆ? ਪਹਿਲਾ ਗੀਤ ਮੈਂ ਲਿਖਿਆ ਸੀ, ਉਹ ਅਜੇ ਤੱਕ ਮੈਂ ਰਿਕਾਰਡ ਨਹੀਂ ਕੀਤਾ। ਖੁਦ ਹੀ ਲਿਖਿਆ ਸੀ ਜੀ, ਉਹ ਵੀ ਆਪਣੇ ਦੀ ਜੁਦਾਈ ਦੇ ਮੁਤਲਕ ਜਦੋਂ ਬੰਦਾ ਦੁਨੀਆ ਤੋਂ ਚਲਾ ਜਾਂਦਾ ਹੈ। ਲੇਕਿਨ ਕੇਸਟ ਦੇ ਹਵਾਲੇ ਨਾਲ ਅਗਰ ਗੱਲ ਕਰੀਏ ਕਿ ਮਾਰਕੀਟ 'ਚ ਮੇਰਾ ਪਹਿਲਾ ਵਾਲੀਅਮ ਜਿਹੜਾ ਆਇਆ, ਉਹਦੇ ਵਿੱਚ ਜਿਹੜਾ ਪਹਿਲਾ ਗਾਣਾ ਮੇਰਾ ਹਿੱਟ ਹੋਇਆ, ਨਵੇਂ ਯਾਰ ਦੀਆਂ ਹੋਣ ਨੀ ਮੁਬਾਰਕਾਂ। ਜੀ ਬਿਲਕੁਲ। ਵੇਖਣ ਵਾਲਿਆਂ ਨੂੰ ਤੁਸੀਂ ਇਹ ਦੱਸੋ ਕਿ ਤੁਹਾਡੀ ਆਵਾਜ਼ 'ਚ ਮੈਂ ਵੇਖਿਆ ਮਾਸ਼ਾਅੱਲਾ ਬਹੁਤ ਦੁੱਖ ਹੈਗਾ ਵੇ, ਇੱਕ ਦਰਦ ਹੈਗਾ ਤੇ ਇਹ ਦਰਦ ਦੇ ਪਿੱਛੇ ਕੀ ਕਹਾਣੀ ਹੈ, ਕੀ ਵਜ੍ਹਾ ਹੈਗੀ ਹੈ? ਕਿ ਤੁਹਾਨੂੰ ਵੀ ਬਚਪਨ 'ਚ ਕਿਸੇ ਨਾਲ ਪਿਆਰ ਹੋ ਗਿਆ ਸੀ ਜਾਂ ਵੈਸੇ ਤੁਹਾਡਾ ਸ਼ੌਂਕ ਸੀ? ਸ਼ੌਂਕ ਦੀ ਇੰਨੀ ਦਰਦ ਨਹੀਂ ਹੁੰਦੀ, ਵੇਖਣ ਵਾਲਿਆਂ ਨੂੰ ਤੁਸੀਂ ਦੱਸੋ ਕਿ ਇਹ ਕੀ ਵਜ੍ਹਾ ਹੈ ਕਿ ਕਿਉਂ ਤੁਹਾਡੀ ਆਵਾਜ਼ ਵਿੱਚ ਇੰਨੇ ਦਰਦ ਤੇ ਲਗਾ ਹੋਏਗਾ? ਤੁਸੀਂ ਬਚਪਨ ਦਾ ਲਫ਼ਜ਼ ਇਸਤੇਮਾਲ ਕੀਤਾ ਜੀ। ਬਚਪਨ 'ਚ ਤੇ ਮੁਹੱਬਤ ਹੁੰਦੀ ਨਹੀਂ, ਮੁਹੱਬਤ ਤੇ ਉਦੋਂ ਹੋਸ਼ ਨਹੀਂ ਹੁੰਦੀ, ਬੰਦੇ ਨੂੰ ਖੇਡਣ ਖੁੱਡਣ ਦਾ ਦੌਰ ਹੁੰਦਾ ਹੈ। ਮੁਹੱਬਤ ਹੋਣ ਲੱਗਿਆ ਨੂੰ ਪਤਾ ਲੱਗਦਾ ਬਸ ਜੀ, ਮੁਹੱਬਤ ਉਦੋਂ ਹੀ ਹੁੰਦੀ ਜਦੋਂ ਬੰਦਾ ਥੋੜਾ ਜਿਹਾ ਬਚਪਨ 'ਚੋਂ ਬਾਹਰ ਨਿਕਲਦਾ ਹੈ। ਤੁਹਾਡੇ ਇਸ ਸਵਾਲ ਦੇ ਜਵਾਬ ਵਿੱਚ ਮੈਂ ਇੱਕ ਉਰਦੂ ਦਾ ਸ਼ੇਰ ਮੈਨੂੰ ਯਾਦ ਆ ਗਿਆ कि चोट जब दिल पे पड़ती है तो पत्थर भी सदा देते हैं, कि चोट जब दिल पे पड़ती है तो पत्थर भी सदा देते हैं। वाह जी वाह। ਤੁਹਾਡੇ ਸਵਾਲ ਦਾ ਜੋ ਲੁਬੇ ਲਬਾਬ ਹੈ ਉਹਦੇ ਵਿੱਚ ਮੈਂ ਇੱਕ ਆਪਣਾ ਲਿਖਿਆ ਸ਼ੇਰ ਪੇਸ਼ ਕਰਾਂਗਾ ਕਿ ਉਹ ਹੋਰ ਕਿਸੇ ਦੇ ਜਦੋਂ ਯਾਰ ਬਣ ਗਏ। ਪੰਛੀ ਸਾਹਿਬ ਜੀ ਜੀ, ਉਹ ਹੋਰ ਕਿਸੇ ਦੇ ਜਦੋਂ ਯਾਰ ਬਣ ਗਏ, ਉਹ ਜਿੱਤ ਬਣ ਗਏ, ਅਸੀਂ ਹਾਰ ਬਣ ਗਏ। ਵਾਹ ਜੀ, ਕੀ ਕਹਿਣੇ। ਉਹ ਹੋਰ ਕਿਸੇ ਦੇ ਜਦੋਂ ਯਾਰ ਬਣ ਗਏ, ਉਹ ਜਿੱਤ ਬਣ ਗਏ, ਅਸੀਂ ਹਾਰ ਬਣ ਗਏ। ਉਹਨਾਂ ਖੋਲੇ ਹਾਸੇ ਸਾਥੋਂ ਹੱਸ ਹੱਸ ਕੇ ਕੀ ਕਹਿਣੇ, ਅਸੀਂ ਰੋਂਦੇ ਰੋਂਦੇ ਫਨਕਾਰ। ਵਾਹ ਜੀ ਵਾਹ, ਕੀ ਕਹਿਣੇ, ਕੀ ਕਹਿਣੇ ਕਸੂਰੀ ਸਾਹਿਬ। ਕਸੂਰੀ ਸਾਹਿਬ ਤੁਸੀਂ ਵੇਖਣ ਵਾਲਿਆਂ ਨੂੰ ਜਿਹੜਾ ਤੁਹਾਡਾ ਯਾਨੀ ਕਿ ਮਸ਼ਹੂਰ ਗੀਤ ਹੈ ਜਿੰਦੇ ਚ ਬਹੁਤ ਜ਼ਿਆਦਾ ਲੋਕਾਂ ਤੁਹਾਨੂੰ ਪਸੰਦ ਕੀਤਾ ਜੀ, ਤੁਸੀਂ ਉਹ ਵੇਖਣ ਵਾਲੇ ਲੋਕਾਂ ਨੂੰ ਉਹ ਗੀਤ ਆਪਦਾ ਸੁਣਾਉਣਾ ਪਸੰਦ ਕਰੋਗੇ? ਜੀ ਵੇ ਕਿਹੜੀ ਗੱਲੋਂ ਰਹਿਣਾ ਹੈ ਸਾਥੋਂ ਦੂਰ ਦੂਰ ਵੇ ਕਿਹੜੀ ਗੱਲੋਂ ਰਹਿਣਾ ਹੈ ਸਾਥੋਂ ਦੂਰ ਦੂਰ ਵੇ ਤੂੰ ਸਾਡੀ ਜਿੰਦ ਜਾਨ ਚੰਨਾ ਕਸਮੇ ਕੁਰਾਨ ਚੰਨਾ, ਸਾਡੀ ਜਿੰਦ ਜਾਨ ਚੰਨਾ ਕਸਮੇ ਕੁਰਾਨ ਚੰਨਾ, ਦਿਲ ਦਾ ਕਰਾਰ ਸਾਡੀ ਅੱਖੀਆਂ ਦਾ ਨੂਰ ਵੇ ਕਿਹੜੀ ਗੱਲੋਂ ਰਹਿਣਾ ਹੈ
ਸਾਥੋਂ ਦੂਰ ਦੂਰ ਵੇ ਕਿਹੜੀ ਗੱਲੋਂ ਰਹਿਣਾ ਏ ਸਾਥੋਂ ਦੂਰ ਦੂਰ ਵੇ। तेरे पीछे चले असा दुनिया दे ताने वे तेरे लिए छड़ दिते अपने बिगाने वे। क्या कहने जी कसूर साहब, क्या कहने? तेरे पीछे चले असा दुनिया दे ताने वे तेरे लिए छड़ दिते अपने बिगाने वे अपने बिगाने वे केड़ी गल्लों छड्डना है दिल विचों कढना है केड़ी गल्लों छड्डना है दिल विचों कढना है क्यों शीशा दिल वाला चूर वे केड़ी गल्लों रहना है साथों दूर दूर वे केड़ी गल्लों रहना है साथों दूर दूर वे साथों दूर दूर वे साथों दूर दूर वे। क्या कहने ਕਸੂਰ ਸਾਹਿਬ, ਮੈਂ ਤੁਹਾਡੇ ਚੈਨਲ ਤੇ ਤੁਹਾਡਾ ਗਾਣਾ ਵੇਖਿਆ ਐ ਗੋਰੀ ਮੇਰੀ ਗੱਲ ਸੁਣ ਜਾ, ਤੁਸੀਂ ਵੇਖਣ ਵਾਲੇ ਨਾਜ਼ਰੀਨ ਨੂੰ ਸੁਣਾਉਣਾ ਪਸੰਦ ਕਰੋਗੇ? ਜੀ ਬਿਲकुल, ਐ ਗੋਰੀ ਮੇਰੀ ਗੱਲ ਸੁਣ ਜਾ ਸਾਨੂੰ ਤੇਰੇ ਨਾਲ ਹੋ ਗਿਆ ਪਿਆਰ। ਇਹ ਗਾਣਾ ਮੇਰੇ ਅਫੀਸ਼ੀਅਲ ਚੈਨਲ ਤੇ ਅਵੇਲੇਬਲ ਹੈ YouTube ਤੇ ਐਮ ਮਨਸ਼ਾ ਕਸੂਰੀ ਅਫੀਸ਼ੀਅਲ ਤੇ। ਫਿਲਮ ਰਾਵੀ ਕੇ ਉਸ ਪਾਰ, ਇੱਕ ਉਰਦੂ ਫਿਲਮ ਬਣੀ ਰਾਵੀ ਕੇ ਉਸ ਪਾਰ, ਉਹਦੇ 'ਚ ਫਿਲਮ ਆਇਆ ਗਿਆ। ਮੈਂ ਜ਼ਰੂਰ ਦੋਸਤਾਂ ਦੀ ਨਜ਼ਰ ਕਰਾਂਗਾ ਜੀ। ਐ ਗੋਰੀ ਮੇਰੀ ਗੱਲ ਸੁਣ ਜਾ ਐ ਗੋਰੀ ਮੇਰੀ ਗੱਲ ਸੁਣ ਜਾ ਸਾਨੂੰ ਤੇਰੇ ਨਾਲ ਹੋ ਗਿਆ ਪਿਆਰ। ਐ ਗੋਰੀ ਚੁਰਾ ਕੇ ਦਿਲ ਚੋਰੀ ਚੋਰੀ करके सीना जोरी हो चुरा के दिल चोरी चोरी करके सीना जोरी किथे चले ओ सरकार। है गोरी मेरी गल सुन जा ऐ गोरी मेरी गल सुन जा मेरी गल सुन जा मेरी गल सुन जा। बस गई रे तू मेरे दिल के नगर में सब कुछ छीना है पहली नजर में। बस गई रे तू मेरे दिल के नगर में सब कुछ छीना है पहली नजर में। हम लुट गए सरे बाजार। है गोरी मेरी गल सुन जा ऐ गोरी मेरी गल सुन जा मेरी गल सुन जा मेरी गल सुन जा। ਬਾਕੀ ਕਸੂਰੀ ਸਾਹਿਬ ਨਾਲ ਗੱਲ ਕਰਨੀ ਹੈ ਜੀ। ਕਸੂਰੀ ਸਾਹਿਬ, ਤੁਸੀਂ ਇਹ ਦੱਸੋ ਕਿ ਜਿਹੜੇ ਲੋਕ ਤੁਹਾਡੇ ਨਾਲ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ, ਤੁਹਾਨੂੰ ਆਦੇ ਪ੍ਰੋਗਰਾਮ ਵਿੱਚ ਮਧੂ ਕਰਦੇ ਨੇ, ਉਹ ਕਿਵੇਂ ਤੁਹਾਨੂੰ ਮਧੂ ਕਰਦੇ ਨੇ? ਅਕੈਡਮੀ 'ਚ ਆਉਂਦੇ ਨੇ ਜਾਂ ਫੋਨ ਤੇ ਰਾਬਤਾ ਕਰਦੇ ਨੇ ਜਾਂ ਅਕੈਡਮੀ ਤੋਂ ਇਲਾਵਾ ਤੁਹਾਡਾ ਹੋਰ ਵੀ ਕਿਤੇ ਦਫ਼ਤਰ ਹੈਗਾ? ਜੀ ਬਹੁਤ ਅੱਛਾ ਸਵਾਲ ਹੈ ਸਰਦਾਰ ਸਾਹਿਬ ਤੁਹਾਡਾ। ਕੁਝ ਦੋਸਤਾਂ ਨੂੰ ਨਹੀਂ ਇਲਮ ਹੁੰਦਾ, ਉਹਨਾਂ ਨੂੰ ਪਰੇਸ਼ਾਨੀ ਵੀ ਹੁੰਦੀ ਹੈ, ਲੇਕਿਨ ਜ਼ਿਆਦਾਤਰ ਲੋਕ ਸਾਡਾ ਨੰਬਰ ਟ੍ਰੇਸ ਲੈਂਦੇ ਨੇ। ਸਾਡਾ ਨੰਬਰ ਲੱਭਣਾ ਮੁਸ਼ਕਲ ਨਹੀਂ ਹੁੰਦਾ। ਚੈਨਲ ਤੋਂ ਗਾਣਿਆਂ ਦੇ ਵਿੱਚੋਂ ਜਾਂ ਚੈਨਲ ਤੇ ਜਾ ਕੇ ਦੇਖ ਲੈਂਦੇ ਨੇ ਜਾਂ ਫੇਸਬੁੱਕ ਤੇ ਸਰਚ ਕਰ ਲੈਂਦੇ ਨੇ। ਮੇਰੀ ਆਈਡੀ ਨੂੰ ਐਮ ਮਨਸ਼ਾ ਕਸੂਰੀ ਲਿਖਣਗੇ ਜਾਂ ਕੋਈ ਵੀ ਸਿੰਗਰ ਹੁੰਦਾ ਉਹ ਦੇਖਦੇ ਨੇ, ਉਹਦਾ ਨਾਂ ਲਿਖੋਗੇ ਜ਼ਾਹਿਰ ਉਹਦਾ ਬਾਇਓਡਾਟਾ ਆ ਜਾਂਦਾ। ਤੇ ਕੁਝ ਦੋਸਤ ਨਹੀਂ ਇਹਨਾਂ ਨੌਲੇਜ ਰੱਖਦੇ, ਉਹਨਾਂ ਵਾਸਤੇ ਮੈਂ ਆਸਾਨੀ ਕਰ ਦਿੰਦਾ ਥੋੜੀ ਕਿ ਮੇਰੀ ਇੱਕ ਹੀ ਅਕੈਡਮੀ ਹੈ ਖੁੜੀਆਂ ਖਾਸ ਦੇ ਵਿੱਚ। ਇਸ ਤੋਂ ਇਲਾਵਾ ਮੇਰਾ ਕੋਈ ਮਿਊਜ਼ੀਕਲ ਆਫਿਸ ਨਹੀਂ ਹੈ। ਇੱਥੇ ਹੀ ਮੇਰੇ ਕੋਲ ਦੋਸਤ ਆ ਕੇ ਮਿਲਦੇ ਨੇ ਜਾਂ ਫੋਨ ਤੇ ਰਾਬਤਾ ਕਰਦੇ ਨੇ ਜਾਂ ਇੱਥੇ ਆ ਜਾਂਦੇ ਨੇ ਦੋਸਤ ਪ੍ਰੋਗਰਾਮ ਵਾਸਤੇ ਚੱਲਣ ਲਈ। ਜੀ ਸਰਦਾਰ ਸਾਹਿਬ, ਤੁਹਾਡਾ ਬਹੁਤ ਅੱਛਾ ਇਹ ਸਵਾਲ ਹੈ। ਕਾਫੀ ਦੋਸਤਾਂ ਨੂੰ ਨਹੀਂ ਪਤਾ ਹੁੰਦਾ, ਲੇਕਿਨ ਹੁਣ ਬੜਾ ਇਲਮੀ ਦੌਰ ਹੈ, ਸੋਸ਼ਲ ਮੀਡੀਆ ਦਾ ਦੌਰ ਹੈ। ਦੋਸਤ ਨੰਬਰ ਟ੍ਰੇਸ ਲੈਂਦੇ ਨੇ, ਲੱਭ ਲੈਂਦੇ ਨੇ ਨੰਬਰ। ਸਾਡੇ ਵਰਗੇ ਕਿਸੇ ਦੋਸਤ ਦਾ ਨੰਬਰ ਛੁਪਿਆ ਤੇ ਨਹੀਂ ਰਹਿ ਸਕਦਾ। ਬਿਲਕੁਲ ਜੀ। ਲੇਕਿਨ ਫਿਰ ਵੀ ਕੁਝ ਐਸੇ ਦੋਸਤ ਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਇਲਮ ਹੁੰਦਾ ਕਿ ਉਹਨਾਂ ਦਾ ਕੋਈ ਆਫਿਸ ਜਾਂ ਅਕੈਡਮੀ ਜਾਂ ਉਹਨਾਂ ਦਾ ਕੋਈ ਡੇਰਾ ਡੰਡਾ ਕਿੱਥੇ ਆ। ਤੇ ਮੇਰੀ ਇਹ ਇੱਕ ਹੀ ਅਕੈਡਮੀ ਹੈ, ਇਹ ਮੇਰਾ ਆਫਿਸ ਹੈ, ਇਹ ਮੇਰੀ ਅਕੈਡਮੀ। ਇਸ ਤੋਂ ਇਲਾਵਾ ਮੇਰਾ ਕੋਈ ਮਿਊਜ਼ੀਕਲ ਆਫਿਸ ਨਹੀਂ ਹੈ। ਇੱਥੇ ਹੀ ਦੋਸਤ ਆਉਂਦੇ ਨੇ, ਇੱਥੇ ਹੀ ਆ ਕੇ ਮਿਲਦੇ ਨੇ ਪ੍ਰੋਗਰਾਮਾਂ ਵਾਸਤੇ। ਇੱਥੇ ਹੀ ਡੀਲ ਹੁੰਦੀ ਹੈ ਮੇਰੀ ਅਕੈਡਮੀ ਦੇ ਵਿੱਚ ਹੀ।
ਕਸੂਰ ਸਾਹਿਬ ਤੁਸੀਂ ਇਹ ਵੀ ਦੱਸਿਆ ਜੇ ਕਿ ਮਕੂਲ ਫੀਸ ਰੱਖੀ ਜਾਂਦੀ ਹੈ, ਜੋ ਦੋਸਤ ਮੁਹੱਬਤ ਕਰਨ ਵਾਲੇ ਹੁੰਦੇ ਨੇ ਕਿ ਉਹ, ਮੈਂ ਬਹੁਤ ਜ਼ਿਆਦਾ ਸਿੰਗਰ ਵੇਖੇ ਨੇ ਕਿ ਉਹ ਜੀ ਕਹਿੰਦੇ ਨੇ ਕਿ ਇੰਨੇ ਪੈਸੇ ਦਿਓਗੇ ਤੇ ਫਿਰ ਹੀ ਜਾਣਾ ਹੈ। ਤੁਹਾਡਾ ਵੀ ਇਹੋ ਸਿਸਟਮ ਹੈਗਾ ਜਾਂ ਪਿਆਰ ਮੁਹੱਬਤ ਹੋ ਜਾਂਦੀ? ਜੀ ਬਿਲਕੁਲ ਵੀ ਜੀ ਬਿਲਕੁਲ ਜੀ, ਸਾਡੇ ਅਖਰਾਜਾਤ ਹੁੰਦੇ ਨੇ, ਇੱਕ ਪੂਰਾ ਮਿਊਜ਼ੀਕਲ ਗਰੁੱਪ ਹੁੰਦਾ ਹੈ, ਪੂਰਾ ਇੱਕ ਬਿਲਕੁਲ ਜੀ। ਸਿਸਟਮ ਹੁੰਦਾ ਹੈ, ਬੜੇ ਜ਼ਿਆਦਾ ਅਖਰਾਜਾਤ ਨੇ। ਅਸੀਂ ਦੇਖਣਾ ਹੈ ਕਿ ਸਾਡੇ ਅਗਰ ਕੋਈ ਚਾਹਣ ਵਾਲਾ ਹੈ, ਉਹ ਜ਼ਿਆਦਾ ਨਹੀਂ ਅਫੋਰਡ ਕਰਦਾ, ਅਸੀਂ ਉਹਦੇ ਨਾਲ ਵੀ ਕੰਪਰੋਮਾਈਜ਼ ਕਰ ਲੈਂਦੇ ਹਾਂ ਕੋਈ ਸਭ। ਨਹੀਂ, ਕੁਝ ਲੋਕ ਹੁੰਦੇ ਨੇ ਨਾ ਬਹੁਤ ਜ਼ਿਆਦਾ ਮੁਹੱਬਤ ਕਰਦੇ ਨੇ ਸਿੰਗਰਾਂ ਨਾਲ, ਫਨਕਾਰਾਂ ਨਾਲ, ਲੇਕਿਨ ਉਹਨਾਂ ਕੋਲ ਇੰਨੇ ਵਸੈਲ ਨਹੀਂ ਹੁੰਦੇ ਕਿ ਉਹਨਾਂ ਨੂੰ ਬੁਲਾ ਸਕਣ, ਕਿਉਂਕਿ ਉਹਨਾਂ ਦੀਆਂ ਡਿਮਾਂਡ, ਅਖਰਾਜਾਤ ਹੁੰਦੇ ਨੇ, ਬਿਲਕੁਲ ਹੁੰਦੇ ਨੇ ਅਖਰਾਜਾਤ, ਲੇਕਿਨ ਜ਼ਿਆਦਾ ਡਿਮਾਂਡ ਜੀ ਮਿਸਾਲ ਬਿਲਕੁਲ। ਦੇ ਤੌਰ ਤੇ 3 ਲੱਖ ਰੁਪਇਆ ਦਿਓਗੇ ਤੇ ਅਸੀਂ ਆਵਾਂਗੇ, ਨਹੀਂ ਤਾਂ ਨਹੀਂ ਆਵਾਂਗੇ। ਤੇ ਉਹ ਵਿਚਾਰੇ ਜਿਹੜੇ ਤੁਹਾਡੇ ਚਾਹਣ ਵਾਲੇ ਹੁੰਦੇ ਨੇ, ਮੁਹੱਬਤ ਕਰਨ ਵਾਲੇ ਹੁੰਦੇ ਨੇ। ਕਸੂਰ ਸਾਹਿਬ ਤੁਸੀਂ ਇਹ ਵੀ ਦੱਸੋ ਕਿ ਇੱਥੇ ਅਸੀਂ ਬਹੁਤ ਜ਼ਿਆਦਾ ਤੁਹਾਡੇ ਸ਼ਾਗਿਰਦਾਂ ਨੂੰ ਮਿਲੇ ਆ ਜਿਹੜੇ ਤੁਹਾਡੇ ਕੋਲ ਇੱਥੇ ਵੱਲ ਸਿੱਖ ਰਹੇ ਨੇ, ਗਾਵਨ ਦਾ ਵੱਲ ਸਿੱਖ ਰਹੇ ਨੇ, ਕਿ ਤੁਸੀਂ ਨਾਲ ਯਾਨੀ ਕਿ ਬੱਚਿਆਂ ਨੂੰ ਟ੍ਰੇਨਿੰਗ ਵੀ ਦੇ ਰਹੇ ਹੋ? ਜੀ ਬਿਲਕੁਲ, ਅਕੈਡਮੀ ਦਾ ਮਕਸਦ ਹੀ ਹੁੰਦਾ ਹੈ, ਕਿਉਂਕਿ ਮਿਊਜ਼ੀਕਲ ਅਕੈਡਮੀ ਹੈ, ਇੱਥੇ ਬੱਚੇ ਤਾਲੀਮ ਲੈਂਦੇ ਨੇ ਮੇਰੇ ਕੋਲ। ਕਾਫੀ ਮੇਰੇ ਸ਼ਾਗਿਰਦ ਨੇ ਜਿਹੜੇ ਕਿ ਮੇਰੇ ਕੋਲ ਸਿੱਖ ਰਹੇ ਨੇ। ਜੀ ਬਿਲਕੁਲ ਜੀ। ਕਸੂਰੀ ਸਾਹਿਬ ਨੇ ਨਾਲ ਖੁਦ ਵੀ ਗਾਉਂਦੇ ਨੇ, ਨਾਲ ਲੋਕਾਂ ਨੂੰ ਵੀ ਸਿਖਾ ਰਹੇ ਨੇ, ਬੜੀ ਅੱਛੀ ਕਾਵਿਸ਼ ਹੈਗੀ ਹੈ। ਤੇ ਬਾਕੀ ਇਹਨਾਂ ਦੇ ਨਾਲ ਕਾਫੀ ਵਕਤ ਗੁਜ਼ਾਰਿਆ, ਯਾਨੀ ਕਿ ਪਰਵੇਜ਼ ਪੰਛੀ ਸਾਹਿਬ ਹੈਗੇ ਨੇ, ਉਹਨਾਂ ਨਾਲ ਗੱਲ ਕਰਨੀ ਹੈ ਕਿ ਉਹਨਾਂ ਕਿੰਜ ਮਹਿਸੂਸ ਕੀਤਾ ਜਿੰਨਾ ਵਕਤ ਗੁਜ਼ਾਰਿਆ ਹੈ, ਤੇ ਉਹਨਾਂ ਕਸੂਰੀ ਸਾਹਿਬ ਨੂੰ ਕਿੰਜ ਦਾ ਮਹਿਸੂਸ ਕੀਤਾ। ਜੀ ਪੰਛੀ ਸਾਹਿਬ, ਮਾਸ਼ਾਅੱਲਾ ਤੁਸੀਂ ਬੜੇ ਦੇਰ ਤੋਂ ਕਸੂਰੀ ਸਾਹਿਬ ਦੇ ਨਾਲ ਵਸਤਾ ਹੋ, ਤੇ ਤੁਸੀਂ ਸਾਨੂੰ ਇਹ ਦੱਸੋ ਕਿ ਕਸੂਰੀ ਸਾਹਿਬ ਦਾ ਅਖਲਾਕ ਕਿੰਜ ਦਾ ਹੈਗਾ? अस्सलाम वालेकुम सर जी। ਵਾਲੇकुम सलाम। सर जी, सब तो पहले तय है कि कसूरी साहब तारीफ तो अल्लाह दी ज़ात दी है ना जी। ਬਿਲਕੁਲ ਜੀ। कसूरी साहब बहुत ही अच्छे आदमी ने, लोगों नाल प्यार करते ने, अपने ग्रुप के आदमियों नाल प्यार करते ने, ते असीं इन्हां ते खुश इस वास्ते हैं, खास करके मैं, कि मेरा वो जवान गुलूकार है, वो सिंगर है कि जिहदी आवाज़ दे विचों मैनूं पंजाब दी मिट्टी दी खुशबू आउंदी, वाह जी वाह, क्या कहने। और इन्हां दी आवाज़ मिठड़ी ते सुरीली है। आवाज़ मिठी जिस तरह कि तुसीं कह रहे सज ना कि बंदे नूं सुरीला होना या अच्छा हाँ जी। होना, ये बड़े बड़े आज़ाद दी गल है, बिल्कुल बड़े जी। अच्छे नॉलेज दी गल हुंदी। ते अच्छा काम करन लई, अच्छा काम करन लई बंदे नूं आप नूं अच्छा होना पैंदा है। बिल्कुल जी, ये तो गल है जी। कसूरी साहब बहुत अच्छे आदमी ने जी, आपदे ग्रुप दे नाल भी प्यार करदे ने, आपदे चाहण वालियां नाल भी प्यार करदे ने। फिर दूसरी मैं एक वड्डी गल होर करनी चाहना जी, कि असीं सारे जिन्ने भी मेरे दोस्त सिंगर सुनदे पए ने, कसूरी साहब दे दोस्त, कसूरी साहब दे बेली, ਤੁਸੀਂ ਆਪ ਅੱਛੇ ਹੋਵੋਗੇ ਤੇ ਤੁਹਾਡਾ ਕੰਮ ਵੀ ਅੱਛਾ ਹੋ ਜਾਏਗਾ। ਬਿਲकुल जी। ਅਗਰ ਜੇ ਤੁਸੀਂ ਆਪ ਮਾੜੇ ਹੋਵੋਗੇ ਤੇ ਤੁਹਾਡਾ ਕਾਰੋਬਾਰ ਵੀ ਮਾੜਾ ਹੋ ਜਾਏਗਾ। बिल्कुल जी। ਉਹਦੇ ਨਾਲ ਬਿਹਤਰ ਹੈ ਕਿ ਜਿੰਨੇ ਵੀ ਦੋਸਤ ਬੇਲੀ ਸੁਣਦੇ ਪੈਣ, ਤੁਸੀਂ ਅੱਛਾ ਕਰੋਗੇ, ਇਨਸ਼ਾਅੱਲਾ ਤੁਹਾਡੀ ਮੁਆਸ਼ਰੇ ਦੇ ਵਿੱਚ ਵੀ ਇੱਜ਼ਤ ਹੋਵੇਗੀ ਜੀ। बिल्कुल ਮਿਊਜ਼ੀਕਲ ਪ੍ਰੋਗਰਾਮ ਹੋਵੇ ਜਾਂ ਕਿਸੇ ਵੀ ਸ਼ੋਬੇ ਦੇ ਵਿੱਚ ਤੁਸੀਂ ਹੋਵੋ, ਅੱਛਾ ਕੰਮ ਕਰਨ ਵਾਲਾ ਜਿਹੜਾ ਬੰਦਾ ਹੈ ਉਹ ਬਿਲਕੁਲ ਅੱਛਾ ਹੁੰਦਾ ਹੈ। ਕਸੂਰੀ ਸਾਹਿਬ ਵੈਰੀ ਗੁੱਡ ਆਦਮੀ ਨੇ ਜੀ, ਬੈਸਟ ਫਰੈਂਡ ਨੇ ਮੇਰੇ, ਬਹੁਤ ਅੱਛੇ ਆਦਮੀ ਨੇ, ਸਾਡੇ ਨਾਲ ਪਿਆਰ ਕਰਦੇ ਨੇ, ਆਪਣੇ ਮਿਲਣ ਵਾਲਿਆਂ ਨਾਲ ਪਿਆਰ ਕਰਦੇ ਨੇ, ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਇਨਸ਼ਾਅੱਲਾ ਇਹ ਮੇਰੇ ਭਾਈ ਨੇ ਕਿ ਸਾਡਾ ਸਾਰੀ ਜ਼ਿੰਦਗੀ ਦਾ ਸਾਥ ਇਕੱਠਾ ਹੀ ਰਹੇ ਜੀ। ਪੰਛੀ ਸਾਹਿਬ, ਮਾਸ਼ਾਅੱਲਾ ਬੜੀ ਤੁਸੀਂ ਚੰਗੀ ਗੱਲ ਕੀਤੀ ਕਿ ਇਨਸਾਨ ਆਪ ਸੋਹਣਾ ਹੋਵੇ ਤੇ ਉਹਦੇ ਕੰਮ ਵੀ ਸੋਹਣੇ ਹੀ ਹੁੰਦੇ ਨੇ, ਤੇ ਜੀ, ਸੋਹਣੀਆਂ ਸੋਹਣੀਆਂ ਗੱਲਾਂ ਕਰਦਾ ਹੈ ਸਾਰੇ, ਜੀ। ਯਾਨੀ ਕਿ ਉਹਦਾ ਸਿਸਟਮ ਵੀ ਸੋਹਣਾ ਹੁੰਦਾ ਵੇ, ਜੀ ਸਰ। ਰਹਿਣ ਸਹਿਣ ਵੀ ਸੋਹਣਾ ਹੁੰਦਾ ਵੇ। ਤੇ ਕਸੂਰੀ ਸਾਹਿਬ ਜਿੰਨਾ ਵੀ ਸਟਾਫ ਹੈ ਉਹਦੇ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਨੇ, اخلاق ਵੀ ਆਲਾ, ਕੰਮ ਵੀ ਆਲਾ। ਤੇ ਪੰਛੀ ਸਾਹਿਬ, ਮੈਂ ਤੁਹਾਡੇ ਅੱਗੇ ਰਿਕੁਐਸਟ ਕਰਾਂਗਾ, ਵੇਖਣ ਵਾਲਿਆਂ ਦੋਸਤਾਂ ਨੂੰ ਕੋਈ ਚੰਦ ਲਫ਼ਜ਼ ਤੁਸੀਂ ਵੀ ਸੁਣਾਉਣਾ ਪਸੰਦ ਕਰੋਗੇ? ਨਹੀਂ ਜੀ, ਮੈਂ ਸਿਰਫ ਚੰਦ ਲੋਕਾਂ ਨੂੰ ਜਿਹੜੇ ਮੇਰੇ ਦੋਸਤ ਵੇਖ ਰਹੇ ਨੇ ਜਾਂ ਸੁਣ ਰਹੇ ਨੇ ਨਾ, ਹਾਂਜੀ ਮੈਂ ਉਹਨਾਂ ਨੂੰ ਸੁਣਾਵਾਂ ਦਾ ਨਹੀਂ ਕੁਛ, ਜੀ। ਸਿਰਫ ਇਹ ਜ਼ਰੂਰ ਕਵਾਂਗਾ ਕਿ ਤੁਸੀਂ ਬਿਲਕੁਲ ਬਿਹਤਰ ਆਪ ਹੋਵੋ, ਤੁਹਾਨੂੰ ਹਰ ਬੰਦਾ ਅੱਛਾ ਲੱਗੇਗਾ। ਕਸੂਰੀ ਸਾਹਿਬ ਅੱਛੇ ਆਦਮੀ ਨੇ, ਇਹ ਮੈਂ ਤਾਂ ਕਹਿ ਰਿਹਾ ਤੇ ਲੋਕ ਵੇਖਣ ਵਾਲੇ ਜਾਂ ਸੁਣਨ ਵਾਲੇ ਕਹਿੰਦੇ ਕਿ ਇਕੱਠੇ ਨੇ, ਨਹੀਂ, ਮਿਲ ਕੇ ਵੇਖ ਲੈਣ ਲੋਕ ਕਿ ਕਸੂਰੀ ਸਾਹਿਬ ਦਾ ਮਜਾਜ਼ ਕੈਸਾ ਹੈ, ਇਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੈ, ਆਡੀਅנס ਨਾਲ ਜਾਂ ਆਪਣੇ ਚਾਹਣ ਵਾਲੇ ਨਾਲ ਪਿਆਰ ਕਰਦੇ ਨੇ ਕਿ ਨਹੀਂ। ਬਹੁਤ ਅੱਛੇ ਆਦਮੀ ਨੇ ਜੀ, ਔਰ ਇਹਨਾਂ ਦੀ ਆਵਾਜ਼ ਕਲਾਮ ਦੇ ਵਿੱਚ ਅੱਲਾ ਬਰਕਤ ਪਾਵੇ, ਇਹਨਾਂ ਦੀ ਆਵਾਜ਼ ਬਹੁਤ ਅੱਛੀ, ਮੈਂ ਇਹਨਾਂ ਦੀ ਆਵਾਜ਼ ਦਾ ਵੀ ਫਾਇਨ ਹਾਂ, ਵੈਸੇ ਵੀ ਮੈਂ ਇਹਨਾਂ ਦਾ ਭਾਈ ਹਾਂ, ਦੋਸਤ ਹਾਂ, ਇਹਨਾਂ ਦੇ ਨਾਲ ਟੁਰਨਾ ਜੀ। ਜੀ ਪੰਛੀ ਸਾਹਿਬ, ਕੀ ਕਹਿਣੇ ਕਿ ਉਸਤਾਦ ਤੋਂ Thank ਬਾਅਦ you, sir. ਸ਼ਾਗਿਰਦ ਨਹੀਂ ਗਾ ਸਕਦਾ, ਹਾਂਜੀ ਅਦਬ ਇੱਕ ਇਹਤਰਾਮ ਹੈ। ਜੀ ਜੀ ਤੇ ਜੀ ਵੇਖਿਆ ਤੁਸੀਂ ਕਸੂਰੀ ਸਾਹਿਬ ਨਾਲ ਅੱਜ ਮੁਲਾਕਾਤ ਹੋਈ, ਪੂਰਾ ਪ੍ਰੋਗਰਾਮ ਕੀਤਾ, ਯਕੀਨਨ ਤੁਹਾਨੂੰ ਵੀ ਮਜ਼ਾ ਆਇਆ ਹੋਏਗਾ, ਅਸੀਂ ਵੀ ਬਹੁਤ ਜ਼ਿਆਦਾ ਯਾਨੀ ਕਿ ਲੁਤਫ ਅੰਦੋਜ਼ ਹੋਏ ਆ ਕਿ ਅੱਜ ਅਸੀਂ ਖੁੜੀਆਂ ਖਾਸ ਦੇ ਅੰਦਰ ਮੌਜੂਦ ਆ, ਤੇ ਪੰਜਾਬੀ ਸਿੰਗਰ, ਫੋਕ ਐਂਡ ਪੋਪ ਸਿੰਗਰ ਮੁਹੰਮਦ ਮਨਸ਼ਾ ਕਸੂਰੀ ਸਾਹਿਬ ਜਿਨ੍ਹਾਂ ਨਾਲ ਅੱਜ ਬੈਠੇ ਆ, ਤੇ ਬੜਾ ਹੀ ਮਜ਼ਾ ਵੀ ਆਇਆ, ਲੁਤਫ ਅੰਦੋਜ਼ ਹੋਏ ਆ।